गुरु जी की साजी नवाजी। गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। सजे पातशाह गुरबाणी गुरु विच आपां नूं समझाउंदे ने कि जो परमात्मा वाहिगुरु निरंकार साडा माता पिता, जो उसका नाम है वो साडे मन दे सारे जिहड़े दुख ने तकलीफां वो कट दिंदा है। मारे फरमाउंदे ने हर हर तेरा नाम है दुख कटनहार। बई तेरा जिहड़ा नाम वो साडे दुख ने जिहड़े खत्म कर दिंदा है। हुण वो नाम है किथे जिहदे नाल साडे दुख खत्म हुंदे ने। आपां नूं फिर समझाउंदे भी वो नाम है साडे सारियां दे अंदर। परमात्मा निरंकार उन्हां दे जो मुख दी आवाज़ है जिस तो सारा ही पसारा होया सृष्टि का। महाराज कहंदे कीता पसाओ एको कवाओ तैसे होए लख दरियाओ। बई जो मालक दे मुख की आवाज़ है उसनूं नाम आखिए। नाम दे उत्ते ही ये सारे आकार दिते हुए सुखम ये जिहड़ी काया है ये काया दे अंदर नाम है। मारे कहंदे सुखम मूर्त नाम निरंजन काया का आकार। आपां नूं फिर समझाउंदे भी वो जो नाम है जो दुखां नूं कट्टण वाला है वो साडे सारियां दे अंदर है।
ਜਦੋਂ ਹੁਣ ਆਪਾਂ ਸੰਸਾਰ ਦੇ ਵਿੱਚ ਦੇਖਦੇ ਹਾਂ ਬਈ ਜੀਵ ਜਾਂਦੇ ਸੰਤਾਂ ਸਾਧੂਆਂ ਪਾਸ, ਉਹਨਾਂ ਨੂੰ ਬੇਨਤੀ ਕਰਦੇ ਸਾਨੂੰ ਨਾਮ ਦੇਵੋ, ਜਾਂ ਆਪਾਂ ਗੁਰੂ ਘਰ ਆਉਂਦੇ ਹਾਂ ਸਤਿਗੁਰਾਂ ਪਾਸ ਇੱਥੇ ਆ ਕੇ ਬੇਨਤੀ ਕਰਦੇ ਹਾਂ ਸਾਨੂੰ ਨਾਮ ਦੀ ਦਾਤ ਦਿਓ। ਅਤੇ ਰੋਜ਼ ਅਰਦਾਸ ਦੇ ਵਿੱਚ ਵੀ ਇਹੋ ਮੰਗ ਹੈ ਜਿਹੜੀ ਅਸੀਂ ਮੰਗਦੇ ਹਾਂ, ਸਿੱਖਾਂ ਨੂੰ ਦਾਨਾ ਸਿਰਦਾਨ ਨਾਮ ਦਾਨ। ਹੁਣ ਇਹ ਜਿਹੜਾ ਅਸੀਂ ਨਾਮ ਦਾ ਦਾਨ ਮੰਗਦੇ ਹਾਂ, ਮਹਾਰਾਜ ਕਹਿੰਦੇ ਵੀ ਪਹਿਲਾਂ ਸਾਨੂੰ ਇਹ ਗਿਆਨ ਹੋਣਾ ਜ਼ਰੂਰੀ ਹੈ ਵੀ ਨਾਮ ਹੈ ਕੀ ਹੈ ਜੋ ਅਸੀਂ ਮੰਗ ਰਹੇ ਹਾਂ। ਆਪਾਂ ਨੂੰ ਫਿਰ ਗਿਆਨ ਦਿੰਦੇ ਸਮਝਾਉਂਦੇ ਵੀ ਇਹ ਜੋ ਤੁਸੀਂ ਨਾਮ ਦੀ ਦਾਤ ਮੰਗਦੇ ਹੋ ਇਹ ਤੁਹਾਨੂੰ ਕਿਤੋਂ ਬਾਹਰੋਂ ਨਹੀਂ ਮਿਲਦੀ, ਤੁਹਾਡੇ ਅੰਦਰ ਨਾਮ। ਮਹਾਰਾਜ ਕਹਿੰਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ, ਇਹ ਸਾਡੀ ਦੇਹ ਦੇ ਅੰਦਰ ਹੈ। ਫਿਰ ਆਪਾਂ ਨੂੰ ਸਮਝਾਉਂਦੇ ਬਈ ਨਾਮ ਸਾਨੂੰ ਕੋਈ ਦੇ ਨਹੀਂ ਸਕਦਾ, ਚਾਹੇ ਕੋਈ ਸੰਤ ਹੈ ਸਾਧੂ ਹੈ। ਸਾਨੂੰ ਸੰਤਾਂ ਸਾਧੂਆਂ ਨੇ ਨਾਮ ਦਾ ਭੇਦ ਦੇਣਾ ਵੀ ਨਾਮ ਤਾਂ ਤੁਹਾਡੇ ਅੰਦਰ ਹੀ ਹੈ। ਉਸ ਨੂੰ ਪ੍ਰਗਟ ਕਰਨ ਦੀ ਜੋ ਵਿਧੀ ਜੁਗਤੀ ਉਹ ਸਾਨੂੰ ਤਰੀਕਾ ਦੱਸ ਦੇਣਗੇ ਵੀ ਆਹ ਵਿਧੀ ਦੁਆਰਾ ਤੁਸੀਂ ਸਿਮਰਨ ਕਰੋ ਅਤੇ ਫਿਰ ਤੁਹਾਨੂੰ ਉਹ ਸੁਣਾਈ ਦੇਗਾ, ਅੰਦਰੋਂ ਪ੍ਰਗਟ ਹੋਏਗਾ। ਹੁਣ ਇਹ ਜੋ ਨਾਮ ਸਾਡੇ ਸਾਰਿਆਂ ਦੇ ਅੰਦਰ ਗੁਪਤ ਹੈ, ਪਿਛਲੇ ਯੁੱਗਾਂ ਦੇ ਵਿੱਚ ਇਹ ਨਾਮ ਦਾ ਇੰਨਾ ਖੁੱਲ੍ਹ ਕੇ ਨਹੀਂ ਭੇਜ ਦਿੱਤਾ ਗਿਆ ਜਿੰਨਾ ਆਪਾਂ ਨੂੰ ਹੁਣ ਗੁਰਬਾਣੀ ਗੁਰੂ ਵਿੱਚ ਕਲਯੁੱਗ ਦੇ ਸਮੇਂ ਗੁਰੂ ਨਾਨਕ ਦੇ ਘਰ ਨਹੀਂ ਦਿੱਤਾ। ਮਹਾਰਾਜ ਕਹਿੰਦੇ ਵੀ ਪਿਛਲੇ ਯੁੱਗਾਂ 'ਚ ਤਾਂ ਨਾਮ ਸੀ ਜਿਹੜਾ ਗੁਪਤ ਹੀ ਰਿਹਾ, ਕਲਯੁੱਗ ਦੇ ਸਮੇਂ ਦੇ ਵਿੱਚ ਇਹਨੂੰ ਪ੍ਰਗਟ ਕੀਤਾ ਗਿਆ, ਖੋਲ੍ਹ ਕੇ ਭੇਜ ਦਿੱਤਾ ਗਿਆ। ਹੁਣ ਇਹ ਪ੍ਰਗਟ ਕਿਹਨਾਂ ਦੇ ਅੰਦਰ ਹੁੰਦਾ ਜਿਹੜੇ ਫਿਰ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ। ਮਹਾਰਾਜ ਫਰਮਾਉਂਦੇ ਗੁਪਤ ਨਾਮ ਵਰਤੇ ਵਿੱਚ ਕਲਯੁਗ, ਘਟ ਘਟ ਹਰਿ ਭਰਪੂਰ ਰਿਹਾ, ਨਾਮ ਰਤਨ ਤਿਨ ਹਿਰਦੇ ਪ੍ਰਗਟਿਆ, ਜੋ ਗੁਰ ਸ਼ਰਨਾਈ ਭਜ ਪਿਆ। ਵੀ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆਵਾਂਗੇ ਫਿਰ ਸਾਡੇ ਅੰਦਰ ਹੀ ਜਿਹੜਾ ਨਾਮ ਗੁਪਤ ਪ੍ਰਗਟ ਹੁੰਦਾ ਹੈ। ਸ਼ਰਨ ਦੇ ਵਿੱਚ ਆਉਣ ਦਾ ਭਾਵ ਹੁੰਦਾ ਹੈ ਵੀ ਜੋ ਗੁਰੂ ਬਚਨ ਕਹਿ ਰਹੇ ਉਹਨਾਂ ਬਚਨਾਂ ਨੂੰ ਮੰਨਣਾ ਸੱਤ ਸੱਤ ਕਰਕੇ। ਫਿਰ ਕਹਿੰਦੇ ਨੇ ਵੀ ਇਹ ਸ਼ਰਨ ਦੇ ਵਿੱਚ ਆਏ। ਜੇ ਹੁਣ ਅਸੀਂ ਇਹਨਾਂ ਦਾ ਬਚਨ ਨਹੀਂ ਮੰਨਦੇ ਜੋ ਆਪਾਂ ਨੂੰ ਸਤਿਗੁਰੂ ਉਪਦੇਸ਼ ਦਿੰਦੇ ਫਿਰ ਸਾਡੇ ਅੰਦਰ ਕੋਈ ਤਬਦੀਲੀ ਨਹੀਂ ਆਉਂਦੀ। ਮਹਾਰਾਜ ਕਹਿੰਦੇ ਵੀ ਜੀਵ ਇੱਕ ਦੋ ਵਾਰੀ ਕੀ ਚਾਹੇ 100 ਵਾਰੀ ਆਵੇ ਜਾਵੇ, ਜਦ ਤੱਕ ਅਸੀਂ ਵਚਨ ਨਹੀਂ ਕਮਾਉਂਦੇ ਉਹਨਾਂ ਸਮਾਂ ਸਾਨੂੰ ਨਾਮ ਦਾ ਭੇਤ ਨਹੀਂ ਆਉਂਦਾ। ਮਹਾਰਾਜ ਫਰਮਾਉਂਦੇ ਸਤਿਗੁਰ ਕੀ ਪ੍ਰਤੀਤ ਨ ਆਈਆ, ਸ਼ਬਦ ਨ ਲਾਗੋ ਭਾਵੋ, ਉਸ ਨੂੰ ਸੁੱਖ ਨਾ ਉਪਜੇ ਭਾਵੇਂ 100 ਗੇੜਾ ਹੋ ਜਾਓ। ਬਈ ਜੀਵ ਸਵੇਰੇ ਸ਼ਾਮ ਕੀ ਉਹ 100 ਵਾਰੀ ਆਵੇ ਜਾਵੇ, ਜਦ ਤੱਕ ਸੱਚੇ ਪਾਤਸ਼ਾਹ ਕਹਿੰਦੇ ਵੀ ਸਾਨੂੰ ਪ੍ਰਤੀਤ ਨਹੀਂ, ਸਾਨੂੰ ਭਰੋਸਾ ਨਹੀਂ ਸਤਿਗੁਰ ਦੇ ਬਚਨ 'ਤੇ, ਜਦ ਤੱਕ ਅਸੀਂ ਇਹਨਾਂ ਦਾ ਬਚਨ ਕਮਾਉਂਦੇ ਨਹੀਂ ਮੰਨਦੇ ਨਹੀਂ ਉਹਨਾਂ ਸਮਾਂ ਫਿਰ ਇਹ ਨਹੀਂ ਕਹਿੰਦੇ ਵੀ ਸ਼ਰਨ 'ਚ ਆਏ ਨੇ। ਸ਼ਰਨ 'ਚ ਆਉਣ ਦਾ ਭਾਵ ਇਹੋ ਹੁੰਦਾ ਹੈ ਵੀ ਜੋ ਬਚਨ ਸਤਿਗੁਰੂ ਕਹਿ ਰਹੇ ਆ ਉਹਨਾਂ ਨੂੰ ਮੰਨਣਾ। ਜਿਹਨੇ ਬਚਨ ਮੰਨ ਲਿਆ ਉਹ ਚਾਹੇ ਕਿਤੇ ਵੀ ਰਹਿੰਦਾ ਸੰਸਾਰ ਦੇ ਵਿੱਚ ਉਹਦੇ ਅੰਦਰ ਤਬਦੀਲੀ ਆ ਜਾਏਗੀ।
ਜਿਹੜਾ ਵਚਨ ਨਹੀਂ ਮੰਨਦਾ ਉਹ ਚਾਹੇ ਕੋਲ ਹੀ ਰਵੇ, ਘਰੇ ਹੀ ਰਵੇ, ਤਾਂ ਵੀ ਤਬਦੀਲੀ ਆਉਂਦੀ ਹੈ। ਜਿਵੇਂ ਆਪਾਂ ਇਤਿਹਾਸ ਦੇ ਵਿੱਚ ਦੇਖਦੇ ਹਾਂ ਵੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ, ਉਹਨਾਂ ਦੇ ਸਾਹਿਬਜ਼ਾਦੇ ਸੀ ਪ੍ਰਿਥਵੀ ਚੰਦ, ਪਰ ਉਹਨਾਂ ਨੇ ਘਰ ਦੇ ਵਿੱਚ ਰਹਿੰਦੇ ਹੋਏ ਵੀ ਲਾਹਾ ਨਹੀਂ ਲਿਆ, ਉਹ ਸੰਗਤ ਨਹੀਂ ਸੀ ਕਰਦੇ, ਉਹਨਾਂ ਦਾ ਵਚਨ ਨਹੀਂ ਸੀ ਮੰਨਦੇ। ਇਸ ਕਰਕੇ ਫਿਰ ਉਹਨਾਂ ਦੇ ਅੰਦਰ ਵੈਰ ਵਿਰੋਧ ਸੀ, ਈਰਖਾ ਸੀ, ਨਫ਼ਰਤ ਸੀ, ਫਿੱਕੇ ਬੋਲ ਬੋਲਦੇ ਸੀ, ਮਾੜੇ ਵਚਨ ਬੋਲਦੇ ਸੀ। ਗੁਰੂ ਰਾਮਦਾਸ ਜੀ ਨੂੰ ਵੀ ਫਿੱਕਾ ਬੋਲਦੇ ਸੀ। ਤਾਂਹੀਓ ਮਹਾਰਾਜ ਨੇ ਫਿਰ ਗੁਰਬਾਣੀ ਗੁਰੂ ਵਿੱਚ ਆਪਾਂ ਨੂੰ ਦੱਸਿਆ ਉਵੇਂ ਹੀ। ਮਹਾਰਾਜ ਕਹਿੰਦੇ ਕਾਹੇ ਝਗਰਤ ਪੂਤ ਹਉ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਕੋ ਤਿਨ ਸਿਉ ਝਗਰਤ ਪਾਪ। ਬਈ ਜਿਨ੍ਹਾਂ ਨੇ ਜਨਮ ਦਿੱਤਾ ਜੇ ਉਹਨਾਂ ਦੇ ਨਾਲ ਹੀ ਝਗੜਾ ਕਰੀਏ ਤੇ ਪਾਪ ਲੱਗਦਾ, ਕਿਉਂਕਿ ਉਹ ਝਗੜਾ ਕਰਦੇ ਸੀ, ਤਾਂਹੀਓ ਕਹਿ ਰਹੇ ਨੇ। ਸੋ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦ ਤੱਕ ਸਤਿਗੁਰ ਦੇ ਬਚਨ ਨਹੀਂ ਮੰਨਦੇ, ਚਾਹੇ ਕੋਲ ਹੀ ਰਹਿੰਦੇ ਹਾਂ, ਪਾਸ ਹੀ ਰਹਿੰਦੇ ਹਾਂ, ਪਰ ਫਿਰ ਵੀ ਮਨ ਨਹੀਂ ਬਦਲਦਾ। ਮਨ ਫੇਰ ਹੀ ਬਦਲਦਾ ਹੈ ਜਦੋਂ ਅਸੀਂ ਉਹਨਾਂ ਦਾ ਬਚਨ ਮੰਨਦੇ ਹਾਂ। ਤਾਂਹੀਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੋ ਸਾਨੂੰ ਗੁਰੂ ਰਸਤਾ ਦੱਸ ਰਹੇ, ਜੋ ਸਾਨੂੰ ਕਹਿ ਰਹੇ ਕਰਨ ਨੂੰ ਵੀ ਇਹਨਾਂ ਦੇ ਦੱਸੇ ਹੋਏ ਰਸਤੇ ਉੱਤੇ ਚੱਲੋ। ਮਹਾਰਾਜ ਫਰਮਾਉਂਦੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਵੀ ਜੋ ਗੁਰੂ ਸਾਨੂੰ ਕਹਿ ਰਹੇ ਉਹਨਾਂ ਦੇ ਦੱਸੇ ਹੋਏ ਬਚਨਾਂ ਨੂੰ ਮੰਨੋ, ਸਤ ਸਤ ਕਰਕੇ ਚੱਲੋ। ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਕਿ ਜੋ ਸਾਨੂੰ ਸਤਿਗੁਰੂ ਬਚਨ ਕਹਿ ਰਹੇ ਇਹਨਾਂ ਦੇ ਉੱਤੇ ਕੋਈ ਸ਼ੰਕਾ ਨਾ ਰੱਖੋ, ਸਤ ਸਤ ਕਰਕੇ ਮੰਨੋ। ਮਹਾਰਾਜ ਕਹਿੰਦੇ ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕੱਢਾਈ। ਬਈ ਜਦੋਂ ਅਸੀਂ ਸਤਿਗੁਰਾਂ ਦੀ ਬਾਣੀ ਨੂੰ ਸਤ ਸਤ ਕਰਕੇ ਮੰਨਾਂਗੇ, ਇਹਨਾਂ ਦੇ ਦੱਸੇ ਹੋਏ ਰਸਤੇ ਉੱਤੇ ਚੱਲਾਂਗੇ, ਫਿਰ ਜਿਸ ਨਾਮ ਦੀ ਅਸੀਂ ਮੰਗਦੇ ਹਾਂ, ਜੋ ਅਸੀਂ ਬੇਨਤੀ ਕਰਦੇ, ਅਰਦਾਸ ਕਰਦੇ ਹਾਂ, ਫਿਰ ਸਾਨੂੰ ਉਸੇ ਸ਼ਬਦ ਗੁਰੂ ਨਾਲ, ਨਾਮ ਦੇ ਨਾਲ ਜੋੜਦੇ ਨੇ। ਜੋੜਦੇ ਕਿਹਨਾਂ ਨੂੰ? ਜਿਹੜੇ ਸਤ ਸਤ ਕਰਕੇ ਮੰਨਦੇ। ਇਸ ਲਈ ਮਾਰੇ ਫਰਮਾਉਂਦੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਈ ਜੋ ਨਾਮ, ਜੋ ਸ਼ਬਦ ਗੁਰੂ, ਜੋ ਸਾਡੇ ਦੁੱਖਾਂ ਨੂੰ ਮਿਟਣ ਵਾਲਾ ਹੈ, ਉਹਦੇ ਨਾਲ ਸਾਨੂੰ ਗੁਰਬਾਣੀ ਗੁਰੂ ਜੋੜਦੇ ਨੇ। ਜਿਵੇਂ ਜੇ ਤਾਂ ਗੁਰੂ ਸਾਹਿਬ ਹੁਣ ਆਕਾਰ ਦੇ ਵਿੱਚ ਆਪਣੇ ਸਾਹਮਣੇ ਮੌਜੂਦ ਹੁੰਦੇ, ਆਪਾਂ ਉਹਨਾਂ ਤੋਂ ਸਿੱਧਾ ਪੁੱਛ ਲੈਂਦੇ ਵੀ ਅਸੀਂ ਪਰਮਾਤਮਾ ਨੂੰ ਮਿਲਣਾ ਹੈ, ਅਸੀਂ ਕਿਵੇਂ ਮਿਲੀਏ? ਉਹ ਫਿਰ ਆਪਾਂ ਨੂੰ ਸਿੱਧਾ ਭੇਜ ਦਿੰਦੇ ਨਾਮ ਦਾ, ਸੱਚ ਦਾ। ਹੁਣ ਉਹ ਆਪ ਦਾ ਸੱਚ 'ਚ ਲੀਨ ਹੋ ਕੇ ਸਮਾ ਗਏ ਅਤੇ ਆਪਾਂ ਨੂੰ ਕਹਿ ਗਏ ਵੀ ਜੋ ਵੀ ਤੁਸੀਂ ਪੁੱਛਣਾ ਉਹ ਸਤਿਗੁਰਾਂ ਤੋਂ ਪੁੱਛ ਲਿਓ। ਹੁਣ ਜਦੋਂ ਫਿਰ ਆਪਾਂ ਸਤਿਗੁਰਾਂ ਪਾਸ ਆਉਂਦੇ ਹਾਂ, ਜਾਂ ਉਸ ਸਮੇਂ ਜਦੋਂ ਗੁਰੂ ਸਾਹਿਬ ਆਕਾਰ ਦੇ ਵਿੱਚ ਸੰਸਾਰ 'ਚ ਵਿਚਰ ਰਹੇ ਸੀ, ਉਹਨਾਂ ਨੇ ਕਿਸੇ ਨੂੰ ਵੀ ਆਪਦੇ ਆਕਾਰ ਦੇ ਨਾਲ, ਸਰੀਰ ਦੇ ਨਾਲ ਨਹੀਂ ਜੋੜਿਆ, ਨਾਮ ਦੇ ਨਾਲ ਜੋੜਦੇ, ਸੱਚ ਦੇ ਨਾਲ ਜੋੜਦੇ। ਜਿਹਦੇ ਨਾਲ ਉਹ ਆਪ ਜੁੜੇ ਨੇ ਉਹਦੇ ਨਾਲ ਹੀ ਅੱਗੇ ਸਾਨੂੰ ਜੋੜਦੇ। ਇਸੇ ਤਰ੍ਹਾਂ ਹੀ ਹੁਣ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਪਾਸ ਆਉਂਦੇ ਹਾਂ, ਇਹ ਵੀ ਸਾਨੂੰ ਫਿਰ ਸੱਚ ਅਤੇ ਨਾਮ ਦੇ ਨਾਲ ਜੋੜਦੇ, ਉਹਨਾਂ ਦਾ ਭੇਦ ਦਿੰਦੇ ਨੇ। ਤਾਂਹੀਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਗੁਰੂਆਂ ਦੀ ਬਾਣੀ ਹੈ,
ਭਗਤਾਂ ਦੀ ਬਾਣੀ ਹੈ। ਇਹ ਸਾਨੂੰ ਪਹਿਚਾਣ ਕਰਾਉਂਦੇ ਸ਼ਬਦ ਗੁਰੂ ਦੀ ਨਾਮ ਦੀ, ਜਿਹਦੇ ਨਾਲੋਂ ਸਾਡੇ ਮਨ ਦੀ ਲਿਵ ਟੁੱਟੀ। ਮਾਰੇ ਫਰਮਾਉਂਦੇ ਗੁਰ ਕੀ ਬਾਣੀ ਸ਼ਬਦ ਪਛਾਤੀ। ਬਈ ਇਹ ਸਾਨੂੰ ਸ਼ਬਦ ਦੀ ਪਹਿਚਾਣ ਕਰਾਉਂਦੇ ਬਈ ਉਹ ਸ਼ਬਦ ਹੈ ਕਿੱਥੇ ਹੈ, ਜਿਹਦੇ ਨਾਲ ਜੁੜਨ ਦੇ ਨਾਲ ਸਾਡੇ ਮਨ ਦੇ ਜਿਹੜੇ ਦੁੱਖ ਨੇ ਦੁੱਖ ਖਤਮ ਹੋਣੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਉਹ ਨਾਮ ਦੇ ਨਾਲੋਂ, ਸ਼ਬਦ ਦੇ ਨਾਲੋਂ ਹੀ ਸਾਡੇ ਮਨ ਦੀ ਲਿਵ ਟੁੱਟੀ ਹੋਣ ਕਰਕੇ ਸਾਡੇ ਮਨ ਨੂੰ ਇਹ ਮਾਇਆ ਲੱਗੀ ਹੈ, ਤ੍ਰਿਸ਼ਨਾ ਲੱਗੀ ਹੈ। ਮਾਰੇ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਬਈ ਸਾਡੇ ਮਨ ਦੀ ਜਿਹੜੀ ਲਿਵ ਸੀ ਉਹ ਲਿਵ ਟੁੱਟ ਚੁੱਕੀ ਹੈ। ਟੁੱਟੇ ਹੋਣ ਕਰਕੇ ਹੀ ਸਾਡਾ ਮਨ ਇੱਕ ਥਾਂ 'ਤੇ ਸਥਿਰ ਨਹੀਂ ਹੈ, ਇੱਕ ਥਾਂ 'ਤੇ ਰੁਕਦਾ ਨਹੀਂ, ਵਿਚਾਰਾਂ 'ਚ ਭੱਜਿਆ ਫਿਰਦਾ। ਹੁਣ ਮਹਾਰਾਜ ਕਹਿੰਦੇ ਵੀ ਇਹ ਤ੍ਰਿਸ਼ਨਾ ਕਦੋਂ ਲੱਗੀ ਸਾਡੇ ਮਨ ਨੂੰ? ਜਦੋਂ ਲਿਵ ਟੁੱਟੀ। ਅਤੇ ਕਦੋਂ ਵਾਪਸ ਵੋਈਦੀ? ਜਦੋਂ ਫਿਰ ਸਾਡੀ ਦੁਬਾਰਾ ਜੁੜ ਜਾਂਦੀ। ਜਦ ਤੱਕ ਜੁੜਦੀ ਨਹੀਂ ਉਹਨਾਂ ਸਮਾਂ ਫਿਰ ਇਹ ਜਿਹੜੀ ਤ੍ਰਿਸ਼ਨਾ ਇਹ ਸਾਡੀ ਵੋਈਦੀ ਨਹੀਂ ਹੈ। ਸਾਡੇ ਨੇਤਰਾਂ ਦੀ ਤ੍ਰਿਸ਼ਨਾ ਨਹੀਂ ਵੋਈਦੀ ਦੇਖਣ ਦੀ, ਮਾਇਆ ਨੂੰ, ਆਕਾਰਾਂ ਨੂੰ, ਸੰਸਾਰ ਦੇ ਰੰਗ ਤਮਾਸ਼ੇ ਦੇਖੀ ਜਾਂਦੀਆਂ ਅੱਖਾਂ। ਕੰਨਾਂ ਨੂੰ ਤ੍ਰਿਸ਼ਨਾ ਸੰਸਾਰ ਦੀਆਂ ਦੁਨਿਆਵੀ ਗੱਲਾਂ ਸੁਣਨ ਦੀ, ਇਹ ਨਹੀਂ ਬੁੱਝਦੀ। ਸੰਸਾਰ ਦੀਆਂ ਜਿੰਨੀਆਂ ਮਰਜ਼ੀ ਗੱਲਾਂ ਸੁਣੀ ਚੱਲੀਏ। ਰਸਨਾ ਨੂੰ ਤ੍ਰਿਸ਼ਨਾ ਬਾਹਰੀ ਸਵਾਦਾਂ ਦੀ, ਸੰਸਾਰ ਦੀਆਂ ਦੁਨਿਆਵੀ ਗੱਲਾਂ ਦੀ, ਇਹ ਨਹੀਂ ਬੁੱਝਦੀ। ਸੋ ਇਹ ਫੇਰ ਹੀ ਖਤਮ ਹੋਣੀ ਜਦੋਂ ਅਸੀਂ ਨਾਮ ਦੇ ਨਾਲ ਜੁੜਾਂਗੇ। ਤਾਈਓ ਮਾਰੇ ਕਹਿੰਦੇ ਵੀ ਇਹ ਜਿਹੜਾ ਸਰੀਰ ਹੈ, ਬਾਹਰੀ ਤਨ, ਇਹ ਸਰੀਰ ਦਾ ਜੀਵ ਦਾ ਸਾਥ ਛੱਡ ਜਾਂਦਾ। ਅੱਖਾਂ ਤੋਂ ਦਿਸਣਾ ਬੰਦ ਹੋ ਜਾਂਦਾ, ਕੰਨਾਂ ਤੋਂ ਸੁਣਨਾ ਬੰਦ ਹੋ ਜਾਂਦਾ, ਮੁੱਖ ਤੋਂ ਬੋਲਿਆ ਨਹੀਂ ਜਾਂਦਾ, ਕੰਠ 'ਚੋਂ ਆਵਾਜ਼ ਨਹੀਂ ਨਿਕਲਦੀ। ਪਰ ਫਿਰ ਵੀ ਜਿਹੜੀ ਅੰਦਰ ਤ੍ਰਿਸ਼ਨਾ, ਜਿਹੜੀ ਮਾਇਆ, ਉਹ ਨਹੀਂ ਥੱਕਦੀ, ਉਹ ਉਵੇਂ ਹੀ ਪ੍ਰਬਲ ਰਹਿੰਦੀ ਹੈ। ਉਹ ਵਿਚਾਰ ਨੇ ਜਿਹੜੇ ਫੁਰਨੇ ਉਹ ਉਵੇਂ ਹੀ ਹਾਵੀ ਨੇ। ਇਸ ਲਈ ਮਾਰੇ ਕਹਿੰਦੇ ਥਾਕੇ ਨੈਣ ਸਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ। ਜਰਾ ਹਾਕ ਦੀ ਸਭ ਮਤ ਥਾਕੀ, ਏਕ ਨ ਥਾਕ ਸਮਾਇਆ। ਬਾਵਰੇ ਤੇ ਗਿਆਨ ਵਿਚਾਰ ਨਾ ਪਾਇਆ, ਵਿਰਥ ਜਨਮ ਗਵਾਇਆ। ਮਾਰੇ ਕਹਿੰਦੇ ਵੀ ਇਹ ਸਾਰਾ ਨੇਤਰ ਥੱਕ ਗਏ, ਕੰਨ ਥੱਕ ਗਏ, ਸਰੀਰ ਸੀ ਜਿਹੜਾ ਇਹਨੂੰ ਜਰਾ ਆ ਗਿਆ, ਬੁਢੇਪਾ ਆ ਗਿਆ। ਪਰ ਜਿਹੜੀ ਮਾਇਆ ਸੀ ਅੰਦਰੋਂ ਉਹ ਨਾ ਥੱਕੀ। ਵਿਚਾਰ ਉਹ ਉਵੇਂ ਹੀ ਚੱਲਦੇ ਨੇ, ਤ੍ਰਿਸ਼ਨਾ ਉਵੇਂ ਹੀ ਪ੍ਰਬਲ। ਸੋ ਇਹ ਵਾਸਤਾ ਫਿਰ ਕਿਉਂ ਹੋਈ? ਸੱਚੇ ਪਾਤਸ਼ਾਹ ਕਹਿੰਦੇ ਵੀ ਇਹਨੇ ਗਿਆਨ ਨਹੀਂ ਲਿਆ। ਗਿਆਨ ਤੋਂ ਬਿਨਾਂ, ਸਤ ਸੰਗਤ ਤੋਂ ਬਿਨਾਂ ਇਹ ਜੀਵ ਨੇ ਆਪਦਾ ਜਿਹੜਾ ਜੀਵਨ ਸੀ ਉਹ ਵਿਅਰਥ ਹੀ ਖਰਾਬ ਕਰ ਲਿਆ। ਸੋ ਇਸ ਵਾਸਤੇ ਫਿਰ ਜਦੋਂ ਇਹ ਸਰੀਰ ਨੂੰ ਜਰਾ ਬੁਢੇਪਾ ਆ ਜਾਂਦਾ, ਫਿਰ ਉਦੋਂ ਇਹ ਜਿਹੜੇ ਨੇਤਰ ਨੇ, ਨੇਤਰਾਂ 'ਚੋਂ ਆਪ ਮਹਾਰੇ ਪਾਣੀ ਵਗੀ ਜਾਂਦਾ, ਕੰਨਾਂ ਤੋਂ ਸੁਣਦਾ ਕੋਈ ਨਹੀਂ, ਕੰਠ 'ਚੋਂ ਆਵਾਜ਼ ਨਹੀਂ ਨਿਕਲਦੀ, ਕੇਸ ਸੀ ਜਿਹੜੇ ਕਾਲਿਆਂ ਤੋਂ ਚਿੱਟੇ ਹੋ ਕੇ ਦੁੱਧ ਵਰਗੇ। ਮਹਾਰਾਜ ਕਹਿੰਦੇ ਜਦੋਂ ਐਸੀ ਹਾਲਤ ਹੋ ਗਈ ਬਈ ਹੁਣ ਦੱਸ ਤੂੰ ਹੁਣ ਕੀ ਕਰੇਂਗਾ? ਮਹਾਰਾਜ ਕਹਿੰਦੇ ਨੈਣੋਂ ਨੀਰ ਬਹੇ ਤਨ ਖੀਨਾ, ਭਏ ਕੇਸ ਦੁੱਧ ਵਾਨੀ, ਰੁਦਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪ੍ਰਾਣੀ। ਵੀ ਹੁਣ ਦੱਸ ਕੀ ਕਰੇਂਗਾ? ਹੁਣ ਤੇਰੀ ਇੱਦਾਂ ਦੀ ਹਾਲਤ ਹੋ ਗਈ। ਉਦੋਂ ਫਿਰ ਜੀਵ ਜਦੋਂ ਇਹ ਅਵਸਥਾ ਹੁੰਦੀ ਉਹ ਫਿਰ ਜਦੋਂ ਇਹ ਗਿਆਨ ਇੰਦਰੀਆਂ ਕਰਮ ਕਰਨਾ ਛੱਡ ਦਿੰਦੀਆਂ, ਫਿਰ ਉਹ ਨਕਾਰਾ ਹੋ ਜਾਂਦਾ ਅਤੇ ਫਿਰ ਉਹਦੇ ਬੰਧਨ ਟੁੱਟਦੇ।
क्योंकि जिन्हों आपदे समझदा रहा सारी उम्र, जिन्हों की खातर कर्म करता रहा, जिन्हों की खातर कहता सी भी मेरे को काम बहुत ज़्यादा है, मेरे को समा नहीं संगत वास्ते सिमरन वास्ते, फिर उही जोड़े बच्चे इहनूं बोझ मनन लग जाते बई हुण किसी काम का तो रहा नहीं है, भी साडा कोई काम तो हुण इस वार नहीं सकता। फिर वो कहन लग जाते भी ये धरती ते बोझ है, भी इहनूं जांदा हुण इहदे ते पड़दा पै जी, जां फिर ठीक हो गए। हुण ठीक उदों फिर की होना हुंदा जदों इदां दी हालत होगी। सो उदों फिर जदों बोझ मनदे फिर वो जीव के बंधन टुटते, भी जिन्हां दी खातर मैं सारी उम्र करता रहा हुण मेरी बात नहीं पुछते, फिर जदों बंधन टुटते शरीर है जिहड़ा वो नकारा हो गया, उदों आखे भी मैं हुण संगत कर ला, संगत नहीं कर सकता। उदों आखे भी मैं हुण सिमरन कर ला, मुख चों आवाज़ नहीं निकलती, विचार ही इन्ने प्रबल हो। उदों आखे भी मैं कथा विचार सुन लो, कन्न नहीं साथ देंदे, जे उन्होंने आप सुनाना भी चाहिए तो वो तक पहुँचनी नहीं, आवाज़ सुनता ही नहीं। तो ऐसी अवस्था दे विच फिर जदों जीव के बंधन टुटते उदों नकारा हो जाता, ज्ञान इंद्र कर्म इंद्र साथ छड्ड जाते। फिर ऐसी अवस्था दे विच महाराज पहलां समझाउंदे भी उदों तूं दस की करेंगे, बई इस करके पहले ही सावधान कर रहे बई ये संसार दे विच तू भरम च ना जिउं, इसे तेरा कोई है नहीं है। साडे मन का संगी साथी ये संसार दे विच कोई नहीं है, असीं कल्ले इत्थे आए हैं ते कल्लियां नहीं इत्थों वापस जाना। जे महाराज कहंदे तुहानूं नहीं भरोसा आउंदा फिर तुसीं गुरबाणी गुरु की विचार करके देखो, पुछो गुरबाणी गुरु सो। महाराज फरमाउंदे ऐ मन तेरा को नहीं, कर वेख शब्द विचार। जदों हुण आपां शब्द की विचार करते गुरबाणी गुरु तो पुछते वो सानूं स्पष्ट समझाउंदे भी तुहाडा कोई नहीं इत्थे, ना कोई किसी की माँ है ना कोई किसी का पुत। महाराज कहते ना किसकी माई, भी किसी की ना माया ना कोई पोते, सिर्फ झूठे भरम दे विच असीं वज्जे होए। ना किसका पोत ना किसकी माई, झूठे मोह भरम भलाई। बई ये सिर्फ साडा संयोग है, पिछले जन्मां दे असीं संजोगी हैं, इकट्ठे हुए हैं। कोई माँ बनी है, कोई पिता बने है, कोई पोते, कोई धी है, कोई औरत है, कोई मर्द है, कोई होर संगी साथी रिश्तेदार दोस्त मित्र। ये सब असीं पिछले जन्मां दे संजोगी इकट्ठे हुए। जे आखिए भी इन्हां चों साडा कोई अगे साथ देगा, महाराज कहंदे साथ किसी ने नहीं देना। समझाउंदे आपां नूं मात पिता सुत बंधु इष्ट मीत और भाई, पूर्व जन्म के मिले संजोगी आंते को न सहाई। बई ये पिछले जन्मां का साडा संजोग है, ये भी नहीं भी संजोग पहली बारी जुड़े है, पता नहीं किन्नी क बार साडे ये संजोग जुड़ते हैं, असीं फिर विछड़ जाते। किन्नी बार जिहड़े अपने माँ प्यो बने मुड़ के उही अपने बच्चे बन जाते, आपां उन्हां दे माँ प्यो बन जाते। पता नहीं ये किन्नी क बार होया, इदां गिनती नहीं गिनी नहीं जा सकती। महाराज कहंदे केतियां के बाप केतियां के बेटे केते गुर चेले हुए। बई ये पता ही नहीं किन्नी क बार असीं आए, किन्नी क बार साडा संजोग होया, फिर विछड़ जाते, जुड़ जुड़ विछड़े विछड़ जुड़े। सो आपां नूं फिर समझाउंदे भी असीं जदों इन्हां बंधनां 'च वध जांदे हां
ਫਿਰ ਅਸੀਂ ਵਾਪਸ ਕਾਰਾਂ ਦੇ ਵਿੱਚ ਫਿਰ ਮੁੜ ਜਾਂਦੇ ਹਾਂ। ਤਾਈਆਂ ਫਿਰ ਆਪਾਂ ਨੂੰ ਸਮਝਾਉਂਦੇ ਬਈ ਇਹਦੇ ਵਿੱਚ ਵੱਜੋ ਨਾ ਬੰਧਨਾਂ ਦੇ, ਵੀ ਇੱਥੇ ਤੁਸੀਂ ਇਕੱਲੇ ਆਏ ਹੋ ਅਤੇ ਇਕੱਲਿਆਂ ਨਹੀਂ ਇੱਥੋਂ ਵਾਪਸ ਜਾਣਾ। ਜਿਵੇਂ ਹੁਣ ਆਪਾਂ ਦੇਖਦੇ ਹਾਂ ਵੀ ਜਿਹੜੇ ਸੰਸਾਰ ਦੇ ਵਿੱਚੋਂ ਚਲੇ ਗਏ ਆਪਣੇ ਸੰਗੀ ਸਾਥੀ, ਹੁਣ ਆਪਾਂ ਕਿਹੜਾ ਉਹਨਾਂ ਦੇ ਨਾਲ ਗਏ ਜਾਂ ਆਪਾਂ ਕਿਹੜਾ ਉਹਨਾਂ ਦਾ ਸਾਥ ਦਿੱਤਾ ਅੱਗੇ। ਜੇ ਆਪਾਂ ਨਹੀਂ ਉਹਨਾਂ ਦਾ ਸਾਥ ਦੇ ਸਕੇ ਅਤੇ ਇਸੇ ਤਰ੍ਹਾਂ ਸਾਥ ਆਪਣਾ ਵੀ ਕਿਸੇ ਨੇ ਨਹੀਂ ਦੇਣਾ। ਤਾਈਓਂ ਫਿਰ ਆਪਾਂ ਨੂੰ ਬਾਬਾ ਕਬੀਰ ਜੀ ਸਮਝਾਉਂਦੇ, ਕਹਿੰਦੇ ਨਾ ਤਾਂ ਅਸੀਂ ਕਿਸੇ ਦੇ ਹਾਂ ਅਤੇ ਨਾ ਹੀ ਸਾਡਾ ਕੋਈ ਹੈ ਇਸੇ ਸੰਸਾਰ ਦੇ ਵਿੱਚ। ਬਈ ਇਹ ਨਹੀਂ ਬਈ ਆਪਾਂ ਆਖੀਏ ਬਈ ਅਸੀਂ ਸਾਥ ਦੇਵਾਂਗੇ ਵੀ ਕਿਸੇ ਹੋਰ ਨੇ ਨਹੀਂ ਦੇਣਾ, ਨਾ ਤਾਂ ਆਪਾਂ ਕਿਸੇ ਦਾ ਦੇ ਸਕਦੇ ਹਾਂ ਅਤੇ ਨਾ ਹੀ ਕੋਈ ਆਪਣਾ ਦੇ ਸਕਦਾ। ਇਹ ਸਭ ਦਾ ਆਪੋ ਆਪਣਾ। ਇਸ ਲਈ ਮਹਾਰਾਜ ਕਹਿੰਦੇ ਕਬੀਰ ਹਮਰਾ ਕੋ ਨਹੀਂ, ਹਮ ਕਿਸੂ ਕੇ ਨਾਹੀਂ, ਜੈਨੇ ਰਚਨ ਰਚਾਇਆ ਤਿਸ ਹੀ ਮਾਹੀ ਸਮਾਹੀ। ਵੀ ਨਾ ਸਾਡਾ ਕੋਈ, ਨਾ ਅਸੀਂ ਕਿਸੇ ਦੇ, ਜਿਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਮਾਲਕ ਨਹੀਂ, ਬਈ ਉਹਦੇ ਵਿੱਚ ਲੀਨ ਹੋ ਗਏ, ਉਹਦੇ 'ਚ ਸਮਾ ਗਏ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਆਪੋ ਆਪਣਾ, ਵੀ ਅਸੀਂ ਇਕੱਲੇ ਆਏ ਹਾਂ, ਇਕੱਲਿਆਂ ਨਹੀਂ ਜਾਣਾ। ਅਤੇ ਜੋ ਵੀ ਆਪਾਂ ਇਹ ਕਰਦੇ ਅਭਿਆਸ, ਇਹ ਕਿਸੇ ਹੋਰ ਵਾਸਤੇ ਨਹੀਂ, ਇਹ ਆਪਾਂ ਆਪਦੇ ਵਾਸਤੇ ਕਰਦੇ ਹਾਂ। ਇਹਦਾ ਲਾਹਾ ਜਿਹੜਾ ਆਪਾਂ ਨੂੰ ਹੀ ਹੋਣਾ ਹੈ, ਆਪਣੇ ਆਪ ਨੂੰ ਹੀ ਮਿਲਣਾ ਹੈ। ਸੋ ਜਿਵੇਂ ਆਪਾਂ ਫਿਰ ਦੇਖਦੇ ਹਾਂ ਬਈ ਇਹ ਸਰੀਰ ਵਾਸਤੇ ਆਪਾਂ ਪ੍ਰਸ਼ਾਦਾ ਭੋਜਨ ਛਕਦੇ ਹਾਂ, ਜਿਹੜਾ ਛਕੇਗਾ ਉਹਦਾ ਹੀ ਪੇਟ ਭਰਨਾ, ਉਹਦੇ ਹੀ ਤਨ ਦੀ ਤ੍ਰਿਪਤੀ ਹੋਣੀ ਹੈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਮਨ ਵਾਸਤੇ ਕਮਾਈ ਕਰਾਂਗੇ, ਸਿਮਰਨ ਕਰਾਂਗੇ, ਸਾਡੇ ਮਨ ਦੀ ਤ੍ਰਿਪਤੀ ਹੋਣੀ ਹੈ। ਸੋ ਇਸ ਵਾਸਤੇ ਜਿੰਨੇ ਫਿਰ ਆਪਾਂ ਇਹ ਅਭਿਆਸ ਕਰਾਂਗੇ, ਜਿੰਨਾ ਅਸੀਂ ਆਪ ਸੁਖੀ ਹੋਵਾਂਗੇ, ਫਿਰ ਉਹ ਅੱਗੇ ਗਾਂਹ ਦੂਸਰੇ ਜੀਵ ਨੂੰ ਸੁੱਖ ਮਿਲ ਸਕਦਾ। ਉਹ ਵੀ ਜੇ ਉਹ ਲੈਣਾ ਚਾਹਵੇ ਤਾਂ ਉਹ ਸੁਖੀ ਹੋ ਸਕਦਾ। ਜਿਵੇਂ ਆਪਾਂ ਦੇਖਦੇ ਹਾਂ ਵੀ ਇੱਕ ਪੇੜ ਹੁੰਦਾ, ਫੁੱਲ ਹੁੰਦਾ, ਫੁੱਲ ਖੁਸ਼ਬੂ ਤਾਂ ਸਭ ਨੂੰ ਹੀ ਦਿੰਦਾ, ਉਹ ਕਿਸੇ ਦੇ ਵਿੱਚ ਕੋਈ ਵਿਤਕਰਾ ਨਹੀਂ ਕਰਦਾ। ਇਹ ਨਹੀਂ ਬਈ ਮੈਂ ਇਹਨੂੰ ਖੁਸ਼ਬੂ ਦੇਣੀ, ਦੂਸਰੇ ਨੂੰ ਦੇਣੀ ਨਹੀਂ। ਪਰ ਉਹ ਗੱਲ ਵੱਖਰੀ ਹੈ ਵੀ ਜੇ ਕੋਈ ਉੱਦਾਂ ਉੱਥੋਂ ਮੌਖੀ ਆਪਦਾ ਢੱਕ ਕੇ ਲੰਘ ਜਾਵੇ, ਉਹ ਨਾ ਲੈਣੀ ਚਾਹਵੇ, ਉਹ ਗੱਲ ਵੱਖਰੀ। ਸੋ ਇਸੇ ਤਰ੍ਹਾਂ ਹੀ ਫਿਰ ਜਦੋਂ ਆਪਾਂ ਆਪ ਸੁਖੀ ਹੋ ਜਾਂਗੇ, ਫਿਰ ਦੂਸਰਾ ਜੀਵ ਜੇ ਉਹ ਸੁੱਖ ਲੈਣਾ ਚਾਹੁੰਦਾ ਤਾਂ ਫਿਰ ਉਹ ਸੁੱਖ ਲੈ ਸਕਦਾ। ਤਾਈਓਂ ਫਿਰ ਆਪਾਂ ਜਦੋਂ ਗੁਰਮੁਖਾਂ ਦਾ ਸੰਗ ਕਰਦੇ ਹਾਂ, ਸੰਤਾਂ ਸਾਧੂਆਂ ਦਾ, ਉਹਨਾਂ ਦੇ ਜਦੋਂ ਆਪਾਂ ਕੋਲ ਜਾ ਕੇ ਬੈਠ ਹੀ ਜਾਂਦੇ ਹਾਂ ਅਤੇ ਤਾਈਓਂ ਸਾਨੂੰ ਸੁੱਖ ਮਿਲਣਾ ਸ਼ੁਰੂ ਹੋ ਜਾਂਦਾ। ਤਾਈਓਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਧੂ ਦਾ ਜਦੋਂ ਅਸੀਂ ਸੰਗ ਕਰਦੇ ਹਾਂ, ਬਈ ਸਾਨੂੰ ਕੋਈ ਬਹੁਤੀ ਘਾਲਣਾ ਨਹੀਂ ਘਾਲਣੀ ਪੈਂਦੀ, ਉਹਦੇ ਦਰਸ਼ਨ ਕਰਨ ਦੇ ਨਾਲ ਹੀ ਸਾਡੇ ਵਿਚਾਰ ਰੁਕ ਜਾਂਦੇ, ਸਾਨੂੰ ਸੁੱਖ ਮਿਲਣਾ ਸ਼ੁਰੂ ਹੋ ਜਾਂਦਾ। ਮਹਾਰਾਜ ਕਹਿੰਦੇ ਸਾਧ ਕੇ ਸੰਗ ਨਾਹੀਂ ਕਿਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਵੀ ਸਾਡਾ ਜਿਹੜਾ ਮਨ ਹੈ ਨਿਹਾਲ ਹੋ ਜਾਂਦਾ ਉਹਦੇ ਦਰਸ਼ਨ ਕਰਕੇ। ਪਰ ਉਹਨਾਂ ਦਾ ਹੁੰਦਾ ਜਿਹੜੇ ਜਗਿਆਸੂ ਨੇ, ਜਿਨ੍ਹਾਂ ਨੂੰ ਥੋੜ੍ਹੀ ਮੋਟੀ, ਜਿਨ੍ਹਾਂ ਦੇ ਮਨ ਦੇ ਵਿੱਚ ਇੱਛਾ ਹੈ ਮਾਲਕ ਨੂੰ ਮਿਲਣ ਦੀ ਜਾਂ ਸੁੱਖ ਲੈਣ ਦੀ, ਉਹਨਾਂ ਦਾ ਹੁੰਦਾ ਹੈ। ਜਿਹੜੇ ਜੀਵ ਉਹਨਾਂ ਦੇ ਨਾਲ ਵੈਰ ਵਿਰੋਧ ਰੱਖਦੇ, ਈਰਖਾ ਨਫ਼ਰਤ ਰੱਖਦੇ, ਉਹਨਾਂ ਦਾ ਨਹੀਂ ਹੁੰਦਾ। ਉਹ ਚਾਹੇ ਉਹਨਾਂ ਦੇ ਸਾਹਮਣੇ ਹੀ ਬੈਠੇ ਹੋਣ, ਕਿਉਂਕਿ ਉਹ ਸੁੱਖ ਲੈਣਾ ਨਹੀਂ ਚਾਹੁੰਦੇ। ਉਹਨਾਂ ਨੇ ਉਹਨਾਂ ਦੇ ਵਿੱਚ ਵੀ ਔਗਣ ਦੇਖਣੇ, ਉਹਨਾਂ ਦੇ ਨਾਲ ਵੀ ਵੈਰ ਵਿਰੋਧ ਕਰਨਾ, ਉਹਨਾਂ ਨੂੰ ਸੁੱਖ ਨਹੀਂ ਮਿਲਦਾ ਹੈ। ਤਾਂਹੀਓ ਆਪਾਂ ਦੇਖਦੇ ਹਾਂ ਵੀ ਹੁਣ
ਦਰਸ਼ਨ ਤਾਂ ਭਗਤਾਂ ਦੇ ਉਹਨਾਂ ਨੇ ਵੀ ਕੀਤੇ ਜਿਹੜੇ ਉਹਨਾਂ ਨੂੰ ਸਜ਼ਾ ਦੇ ਰਹੇ ਨੇ। ਸਾਹਮਣੇ ਉਹਨਾਂ ਦੇ ਦਰਸ਼ਨ ਤਾਂ ਕਰ ਹੀ ਰਹੇ, ਉਹਨਾਂ ਨੂੰ ਦੇਖ ਰਹੇ ਨੇ, ਪਰ ਉਹਨਾਂ ਨੂੰ ਸਜ਼ਾ ਵੀ ਦੇ ਰਹੇ ਨੇ। ਹੁਣ ਉਹਨਾਂ ਦਾ ਮਨ ਕਿਉਂ ਨਹੀਂ ਨਿਹਾਲ ਹੁੰਦਾ? ਕਿਉਂਕਿ ਉਹ ਸੁੱਖ ਲੈਣਾ ਨਹੀਂ ਚਾਹੁੰਦੇ, ਉਹਨਾਂ ਨੇ ਉਹ ਦਰ ਬੰਦ ਕੀਤੇ ਹੋਏ ਸੁੱਖ ਵਾਲਾ ਹੁੰਦਾ। ਸੋ ਇਸੇ ਤਰ੍ਹਾਂ ਹੀ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਅਸੀਂ ਸੁੱਖ ਲੈਣਾ ਚਾਹੁੰਦੇ ਹਾਂ ਫਿਰ ਅਸੀਂ ਲੈ ਸਕਦੇ ਹਾਂ, ਜੇ ਅਸੀਂ ਚਾਹੁੰਦੇ ਹੀ ਨਹੀਂ ਫਿਰ ਸਾਨੂੰ ਸੁੱਖ ਨਹੀਂ ਮਿਲਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਇਹ ਮਾਨਸ ਜਾਮੇ ਵਿੱਚ ਮਾਲਕ ਨੇ ਇੱਛਾਧਾਰੀ ਬਣਾਇਆ ਵੀ ਆਪਣੀ ਇੱਛਾ 'ਤੇ ਜਿੱਦਾਂ ਦੀ ਅਸੀਂ ਇੱਛਾ ਰੱਖਾਂਗੇ, ਜਿੱਦਾਂ ਦੀ ਅਸੀਂ ਭਾਵਨਾ ਰੱਖਾਂਗੇ ਮਨ ਦੀ, ਉੱਦਾਂ ਦੀ ਉਹ ਮਾਲਕ ਸਾਡੀ ਉਹ ਇੱਛਾ ਪੂਰੀ ਕਰ ਦਿੰਦਾ। ਤਾਈਓ ਮਹਾਰਾਜ ਸਮਝਾਉਂਦੇ ਜੈਸੀ ਭੂਖ ਤੈਸੀ ਗਾ ਪੂਰਕ ਸਗਲ ਘਟਾ ਕਾ ਸੁਆਮੀ, ਵੀ ਜਿੱਦਾਂ ਦੀ ਜੀਵ ਦੀ ਭੁੱਖ ਹੈ ਉੱਦਾਂ ਦੀ ਉਹ ਪੂਰਤੀ ਕਰ ਦਿੰਦਾ। ਜੋ ਜੀਵ ਨੂੰ ਚਾਹੀਦਾ, ਜਿੱਦਾਂ ਦੀ ਉਹਦੀ ਇੱਛਾ ਹੈ ਉੱਦਾਂ ਦਾ ਫਲ ਪ੍ਰਾਪਤ ਹੋ ਜਾਂਦਾ। ਸੋ ਜਦੋਂ ਫਿਰ ਆਪਾਂ ਇਹ ਸਤ ਸੰਗਤ ਕਰਦੇ ਹਾਂ ਫਿਰ ਆਪਾਂ ਨੂੰ ਸੋਝੀ ਆਉਂਦੀ, ਗਿਆਨ ਜਦੋਂ ਹੁੰਦਾ ਬਈ ਆਪਾਂ ਜਿਹੜੀ ਇੱਛਾ ਉਹ ਮਾਲਕ ਨੂੰ ਮਿਲਣ ਦੀ ਰੱਖਣੀ, ਆਪਾਂ ਜਿਹੜੀ ਇੱਛਾ ਉਹ ਨਾਮ ਦੀ ਰੱਖਣੀ, ਆਪਾਂ ਜਦੋਂ ਮੰਗਣੀ ਨਾਮ ਦੀ ਮੰਗਣੀ ਵੀ ਸਾਨੂੰ ਪਤਾ ਲੱਗ ਗਿਆ ਬਈ ਇਹ ਸੰਸਾਰ ਦੇ ਵਿੱਚ ਦੁੱਖ ਹੀ ਦੁੱਖ, ਨਾਮ ਤੋਂ ਬਿਨਾਂ ਇਹ ਸੰਸਾਰ ਦੇ ਵਿੱਚ ਕਿਤੇ ਸੁੱਖ ਨਹੀਂ, ਨਾ ਕਿਸੇ ਪਦਾਰਥ ਦੇ ਵਿੱਚ, ਨਾ ਕਿਸੇ ਹੋਰ ਸੰਸਾਰ ਦੇ ਵਿੱਚ। ਤਾਈਓ ਮਹਾਰਾਜ ਕਹਿੰਦੇ ਵੀ ਸਾਰਾ ਸੰਸਾਰ ਦੇਖਿਆ ਵੀ ਨਾਮ ਤੋਂ ਬਿਨਾਂ ਸਭ ਦੁਖੀ, ਡਿਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਵੀ ਜਦੋਂ ਆਪਾਂ ਨੂੰ ਭੇਦ ਆ ਗਿਆ ਵੀ ਨਾਮ ਤੋਂ ਬਿਨਾਂ ਤਾਂ ਸੁੱਖ ਨਹੀਂ, ਫਿਰ ਆਪਾਂ ਨਾਮ ਦੀ ਦਾਤ ਮੰਗਦੇ ਹਾਂ ਵੀ ਨਾਮ ਤੋਂ ਬਿਨਾਂ ਅਸੀਂ ਜੋ ਵੀ ਮੰਗਾਂਗੇ ਉਹ ਅਸੀਂ ਦੁੱਖ ਹੀ ਮੰਗਾਂਗੇ। ਤਾਈਓ ਮਹਾਰਾਜ ਸਾਨੂੰ ਸਮਝਾਉਂਦੇ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਬਈ ਸਾਡੇ ਜਿਹੜੇ ਮਨ ਦੀ ਭੁੱਖ ਹੀ ਖਤਮ ਹੋ ਜੇ, ਸਾਨੂੰ ਉਹ ਦਾਤ ਦੇਵੋ ਨਾਮ ਦੀ। ਜਦੋਂ ਨਾਮ ਦੀ ਆਪਾਂ ਨੂੰ ਦਾਤ ਮਿਲ ਜੇਗੀ ਫਿਰ ਸਾਡੇ ਮਨ ਦੀ ਤ੍ਰਿਪਤੀ ਹੋਣੀ, ਫਿਰ ਇਹਦੀ ਭੁੱਖ ਖਤਮ ਹੋਣੀ। ਤਾਈਓ ਮਹਾਰਾਜ ਆਪਾਂ ਨੂੰ ਰੋਜ਼ ਸਮਝਾਉਂਦੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ। ਵੀ ਜਦੋਂ ਅਸੀਂ ਨਾਮ ਨੂੰ ਆਪਣਾ ਆਧਾਰ ਆਸਰਾ ਬਣਾ ਲਾਂਗੇ ਤੇ ਸਾਡੇ ਮਨ ਦੀ ਭੁੱਖ ਖਤਮ ਹੋ ਜਾਏਗੀ। ਜਦ ਤੱਕ ਅਸੀਂ ਮਨ ਨੂੰ ਸੰਸਾਰ ਦਾ ਆਸਰਾ ਦਿੱਤਾ, ਇਹ ਜਿਹੜੇ ਆਸਰੇ ਇਹ ਝੂਠੇ ਨੇ। ਤਾਈਓ ਮਹਾਰਾਜ ਕਹਿੰਦੇ ਮਾਨਕ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ ਇੱਕੇ ਭਗਵਾਨ। ਜੇ ਅਸੀਂ ਟੇਕ ਲਾਈਏ ਸੰਸਾਰ ਦੇ ਵਿੱਚ ਕਿਸੇ ਤੇ ਸਾਨੂੰ ਫਿਰ ਜਿਹੜੀ ਉਹ ਸਾਡੀ ਟੇਕ ਉਹ ਝੂਠੀ ਹੈ, ਤਾਈਓ ਉਹ ਝੂਠੀ ਟੇਕ ਸਾਡੀ ਟੁੱਟ ਜਾਂਦੀ ਹੈ। ਮਾਂ ਪਿਓ ਆਸ ਲਾਉਂਦੇ ਬੱਚਿਆਂ 'ਤੇ ਟੇਕ ਰੱਖਦੇ ਵੀ ਇਹ ਵੱਡੇ ਹੋ ਕੇ ਸਾਨੂੰ ਸੁੱਖ ਦੇਣਗੇ, ਜਦੋਂ ਨਹੀਂ ਦਿੰਦੇ ਤੇ ਉਹ ਸਾਡੀ ਟੇਕ ਝੂਠੀ ਨਿਕਲ ਗਈ। ਸੋ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਵੀ ਇਹ ਸੰਸਾਰ ਦੀ ਜਿਹੜੀ ਟੇਕ ਮਾਨਕ ਦੀ ਟੇਕ ਇਹਨੂੰ ਝੂਠੀ ਸਮਝੋ, ਇਹ ਸੱਚੀ ਨਹੀਂ ਹੈ। ਇਹਨਾਂ ਦੇ ਵਿੱਚੋਂ ਸਾਡਾ ਕਿਸੇ ਨੇ ਸਾਥ ਨਹੀਂ ਦਿੱਤਾ। ਜੇ ਅਸੀਂ ਟੇਕ ਰੱਖਾਂਗੇ ਮਾਲਕ ਦੇ ਉੱਤੇ ਤੇ ਉਹ ਸਾਨੂੰ ਫਿਰ ਨਿਰਾਸ਼ ਨਹੀਂ ਹੋਣ ਦਿੰਦਾ। ਜੇ ਅਸੀਂ ਆਸ ਰੱਖਾਂਗੇ ਪਰਮਾਤਮਾ ਦੇ ਉੱਤੇ ਤੇ ਸਾਨੂੰ ਨਿਰਾਸ਼ ਨਹੀਂ ਹੋਣਾ ਪਏਗਾ। ਇਸ ਲਈ ਮਹਾਰਾਜ ਫਰਮਾਉਂਦੇ ਕਬੀਰ ਆਸਾ ਕੀਜੇ ਏਕ ਕੀ ਆਵਰੇ ਆਸ ਨਿਰਾਸ਼। ਵੀ ਜੇ ਤਾਂ ਇੱਕ ਤੇ ਆਸ ਰੱਖੀਏ ਤੇ ਫਿਰ ਤਾਂ ਮਾਲਕ ਹੈ ਜਿਹੜਾ ਉਹ ਸਾਨੂੰ ਸੰਭਾਲ ਹੀ ਲੈਂਦਾ।
ਜੇ ਅਸੀਂ ਦੂਜੇ 'ਤੇ ਆਸ ਰੱਖੀਏ ਤੇ ਫਿਰ ਸਾਡੀ ਉਹ ਆਸ ਟੁੱਟ ਜਾਂਦੀ, ਝੂਠੀ ਹੈ। ਤਾਂਹੀਓ ਮਹਾਰਾਜ ਸਾਨੂੰ ਫਿਰ ਸਮਝਾਉਂਦੇ ਵੀ ਜੀਵ ਸੁੱਖ ਵਾਸਤੇ ਇੱਧਰ ਸੰਸਾਰ 'ਚ ਯਤਨ ਕਰਦਾ, ਪਰ ਉਹਨੂੰ ਸੁੱਖ ਮਿਲਦਾ ਨਹੀਂ, ਮਿਲਦਾ ਦੁੱਖ। ਸੱਚੇ ਪਾਤਸ਼ਾਹ ਕਹਿੰਦੇ ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜਿਉ ਡੋਲਤ, ਨੈ ਸੁਧ ਰਾਮ ਭਜਨ ਕੀ। ਬਈ ਸੁੱਖਾਂ ਦੀ ਖਾਤਰ ਸੁੱਖ ਦੇ ਹੇਤ ਦੇ ਵਿੱਚ ਸੇਵਾ ਤਾਂ ਕਰਦਾ, ਦੂਸਰੇ ਦੇ ਉੱਤੇ ਟੇਕ ਤਾਂ ਰੱਖਦਾ, ਪਰ ਉਹ ਟੇਕ ਦੀ ਝੂਠੀ ਰਹਿ ਜਾਂਦੀ। ਸੁੱਖ ਦੀ ਖਾਤਰ ਕੀਤਾ, ਸੁੱਖ ਕੇ ਹੇਤ ਮਹਾਰਾਜ ਕਹਿੰਦੇ ਬੜਾ ਦੁੱਖ ਪਾਉਂਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਅਸੀਂ ਮਾਲਕ ਦੀ ਟੇਕ ਲੈ ਲਈਏ, ਜੇ ਅਸੀਂ ਆਪਣਾ ਆਸਰਾ ਨਾਮ ਨੂੰ ਬਣਾ ਲਈਏ, ਤੇ ਫਿਰ ਅਸੀਂ ਕਦੇ ਨਿਰਾਸ਼ ਨਹੀਂ ਹੁੰਦੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਜੋ ਨਾਮ ਹੈ ਉਹ ਅਸਲ ਸਾਡੇ ਮਨ ਦੀ ਓਟ ਹੈ। ਹਰ ਕਾ ਨਾਮ ਦਾਸ ਕੀ ਓਟ। ਬਈ ਜਿਵੇਂ ਇੱਕ ਨੇਤਰਹੀਣ ਜੀਵ ਹੁੰਦਾ ਹੈ, ਉਹਦਾ ਜਿਹੜਾ ਚੱਲਣ ਦਾ ਸਹਾਰਾ ਹੁੰਦਾ ਉਹ ਡੰਗੋਰੀ ਸੋਟੀ ਦੇ ਆਸਰੇ ਚੱਲਦਾ ਹੈ। ਇਸੇ ਤਰ੍ਹਾਂ ਹੀ ਸਾਡਾ ਮਨ ਜਦੋਂ ਆ ਕੇ ਇੱਧਰ ਸੌਂ ਜਾਂਦਾ ਹੈ, ਫਿਰ ਸਾਡੇ ਮਨ ਦਾ ਆਸਰਾ ਜਿਹੜਾ ਉਹ ਡੰਗੋਰੀ ਦਾ ਕੰਮ ਕਰਦਾ ਹੈ ਨਾਮ। ਫਿਰ ਅਸੀਂ ਉਹ ਨਾਮ ਦਾ ਆਸਰਾ ਲੈ ਕੇ ਅੱਗੇ ਚੱਲ ਸਕਦੇ ਹਾਂ। ਤਾਂਹੀਓ ਮਹਾਰਾਜ ਸਮਝਾਉਂਦੇ ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦ ਕਰ। ਵੀ ਸਾਡੀ ਜਿਹੜੀ ਟੇਕ ਤੇਰਾ ਨਾਮ, ਤੇਰੇ ਨਾਮ ਦੇ ਆਸਰੇ ਚੱਲਾਂਗੇ ਤੇ ਫਿਰ ਤੂੰ ਡਿੱਗਣ ਨਹੀਂ ਦੇਂਗਾ। ਜੇ ਅਸੀਂ ਆਪ ਮੁਹਾਰੇ ਚੱਲਾਂਗੇ ਫਿਰ ਤਾਂ ਡਿੱਗਾਂਗੇ ਹੀ ਡਿੱਗਾਂਗੇ। ਸੋ ਇਸ ਵਾਸਤੇ ਫਿਰ ਜਦੋਂ ਆਪਾਂ ਸਿਮਰਨ ਅਭਿਆਸ ਕਰਦੇ ਹਾਂ, ਅਭਿਆਸ ਕਰਦੇ ਕਰਦੇ ਜਦੋਂ ਆਪਣਾ ਮਨ ਵਿਚਾਰਾਂ ਤੋਂ ਰਹਿਤ ਹੋ ਜਾਂਦਾ ਹੈ, ਫਿਰ ਆਪਾਂ ਅੰਤਰਮੁਖੀ ਹੁੰਦੇ ਹਾਂ ਅਤੇ ਸਾਡੇ ਅੰਦਰ ਨਾਮ ਸਾਰਿਆਂ ਦੇ ਚੱਲ ਹੀ ਰਿਹਾ ਹੈ। ਮਾਲਕ ਆਪਣੇ ਸਭ ਦੇ ਅੰਦਰ ਬੋਲ ਹੀ ਰਿਹਾ ਹੈ। ਤਾਂਹੀਓ ਮਹਾਰਾਜ ਸਾਨੂੰ ਸਮਝਾਉਂਦੇ ਸਭੇ ਘਟ ਰਾਮ ਬੋਲੇ, ਵੀ ਜਿੰਨੇ ਵੀ ਘਟ ਸਰੀਰ ਨੇ ਸਭ ਦੇ ਅੰਦਰ ਰਾਮ ਪਰਮੇਸ਼ਰ ਬੋਲਦਾ। ਜਿੰਨਾ ਸਮਾਂ ਆਪਣੇ ਸਵਾਸ ਚੱਲ ਰਹੀ ਉਹਨੇ ਬੋਲਦਾ ਹੀ ਰਹਿਣਾ, ਉਹ ਚੁੱਪ ਹੁੰਦਾ ਹੀ ਨਹੀਂ। ਮਹਾਰਾਜ ਕਹਿੰਦੇ ਠਾਕਰ ਹਮਾਰਾ ਸਦ ਬੁਲੰਤ, ਉਹ ਸਦਾ ਹੀ ਬੋਲਦਾ ਹੈ। ਹੁਣ ਆਪਾਂ ਨੂੰ ਸੁਣਾਈ ਕਿਉਂ ਨਹੀਂ ਦਿੰਦਾ, ਬੋਲਦਾ ਤਾਂ ਸਦਾ ਹੀ ਹੈ, ਬੋਲ ਰਿਹਾ। ਉਹ ਸਾਨੂੰ ਸੁਣਾਈ ਤਾਂ ਨਹੀਂ ਦਿੰਦਾ ਜਦੋਂ ਸਾਡਾ ਮਨ ਵਿਚਾਰਾਂ 'ਚ ਹੁੰਦਾ ਹੈ। ਵਿਚਾਰਾਂ 'ਚ ਜਦੋਂ ਚੱਲਦੇ ਕਹਿੰਦੇ ਸੁੱਤਾ ਪਿਆ। ਜਿਵੇਂ ਆਪਾਂ ਰਾਤ ਨੂੰ ਸੌਂ ਜਾਂਦੇ ਹਾਂ, ਬੱਚਾ ਸੁੱਤਾ ਹੋਵੇ ਉਹਦੇ ਕੋਲ ਆਪਾਂ ਗੱਲਾਂ ਕਰੀ ਜਾਈਏ, ਉਹਨੂੰ ਸੁਣਦੀਆਂ ਨੇ ਕਿ ਗੂੜੀ ਨੀਂਦੇ ਸੁੱਤਾ ਪਿਆ। ਇਸੇ ਤਰ੍ਹਾਂ ਹੀ ਮਨ ਹੈ ਜਿਹੜਾ ਇਹ ਬੱਚਾ ਹੈ ਅਕਾਲ ਪੁਰਖ ਦਾ। ਜਦੋਂ ਇਹ ਵਿਚਾਰਾਂ ਦੇ ਵਿੱਚ ਚਲਾ ਜਾਂਦਾ ਫਿਰ ਇਹ ਗੂੜੀ ਨੀਂਦੇ ਸੌਂ ਜਾਂਦਾ। ਜਦੋਂ ਸੌਂ ਜਾਂਦਾ ਫਿਰ ਇਹਨੂੰ ਮਾਂ ਪਿਓ ਦੀ ਆਵਾਜ਼ ਸੁਣਾਈ ਨਹੀਂ, ਬੋਲੀ ਜਾਂਦੇ ਪਰ ਉਹਨੂੰ ਸੁਣਦਾ ਨਹੀਂ। ਸੁਣੇਗਾ ਉਦੋਂ ਜਦੋਂ ਜਾਗੇਗਾ, ਫਿਰ ਇਹਨੂੰ ਸੁਣਾਈ ਦੇਗਾ। ਜਦ ਤੱਕ ਜਾਗਦਾ ਨਹੀਂ ਉਹਨਾਂ ਸਮਾਂ ਸੁਣਾਈ ਨਹੀਂ ਦਿੰਦਾ। ਤਾਈਆਂ ਫਿਰ ਆਪਣੇ ਮਨ ਨੂੰ ਸਮਝਾਉਂਦੇ ਬਈ ਤੂੰ ਸੁੱਤਾ ਨਾ ਰਹਿ, ਜਾਗ, ਮਾਲਕ ਤੇਰੇ ਅੰਦਰ ਬੋਲ ਰਿਹਾ, ਉਹਨੂੰ ਸੁਣ। ਮਹਾਰਾਜ ਕਹਿੰਦੇ ਜਾਗ ਸਲੋਨੜੀਏ, ਬੋਲੇ ਗੁਰਬਾਣੀ ਰਾਮ। ਮਾਲਕ ਤਾਂ ਬੋਲ ਰਿਹਾ ਸਾਡੇ ਅੰਦਰ, ਪਰ ਸੁਣੇਗਾ ਫਿਰ ਜੇ ਸਾਡਾ ਮਨ ਥੋੜ੍ਹਾ ਜਿਹਾ ਜਾਗੇਗਾ, ਥੋੜ੍ਹਾ ਜਿਹਾ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੋਏਗਾ, ਫਿਰ ਇਹਨੂੰ
मालिक की आवाज़ सुनेगी। आओ हुण किवें आपां मन नूं विचारां तो फुरनियां तो रहित करना, जो आपां नूं सतगुरू के शासक रहस्य मन दसदे ने, सुते हुए मन नूं जगाउण वास्ते। महाराज फरमाउंदे सिमर 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 गुर अपना सोया मन जगाई, कि सिमरन अभ्यास करके सुते हुए मन नूं जगावो। आओ हुण जो महाराज आपां नूं इह शासक रहस्य मन दसदे, आओ सारे गुरु प्यारे करो जी शुरू। वाहिगुरू 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 वाहिगुरू
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਿਉਂ-ਜਿਉਂ ਆਪਾਂ ਇਹ ਅਭਿਆਸ ਕਰਦੇ ਹਾਂ ਫਿਰ ਆਪਣਾ ਜਿਹੜਾ ਮਨ ਹੈ ਵਿਚਾਰਾਂ ਤੋਂ ਹੋਰਨਿਆਂ ਤੋਂ ਰਹਿਤ ਹੁੰਦਾ ਹੈ। ਇਸ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਅਭਿਆਸ ਦਿਨ ਰਾਤ ਕਰੋ ਲਗਾਤਾਰ। ਜਿਵੇਂ ਬਾਬਾ ਕਬੀਰ ਜੀ ਦੱਸਦੇ ਵੀ ਇਹ ਅਸੀਂ ਕੁੱਕਣਾ ਮਾਲਕ ਦੇ ਦਰ ਦੇ ਉੱਤੇ ਵੀ ਕਦੇ ਤਾਂ ਉਹ ਸਾਡੀ ਪੁਕਾਰ ਸੁਣੀ ਗਈ, ਕਦੇ ਤਾਂ ਸਾਨੂੰ ਬੁਲਾਈ ਗਈ। ਮਹਾਰਾਜ ਕਹਿੰਦੇ ਕਬੀਰ ਕੇਸੋ ਕੇਸੋ ਫੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੇ ਫੂਕਣੇ ਕਬੂ ਕੇ ਸੁਣੀ ਪੁਕਾਰ। ਬਈ ਉਹ ਆਪਣੀ ਸੁਣੇਗਾ ਜਦੋਂ ਅਸੀਂ ਮਾਲਕ ਨੂੰ ਆਵਾਜ਼ ਦੇਵਾਂਗੇ। ਉਹ ਇਸ ਵਾਸਤੇ ਇਹ ਫਿਰ ਆਪਾਂ ਵੱਧ ਤੋਂ ਵੱਧ ਅਭਿਆਸ ਕਰਦੇ ਰਹਿਣਾ। ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਵਿਚਾਰ ਕੇ ਪੜ੍ਹਨਾ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ ਅਤੇ ਵੱਧ ਤੋਂ ਵੱਧ ਆਪਾਂ ਸੰਗਤ ਕਰਨੀ। ਇਹ ਜੋ ਵੀ ਆਪਾਂ ਵਿਚਾਰ ਕਰਦੇ ਹਾਂ, ਜੋ ਇਹ ਗਿਆਨ ਆਪਾਂ ਨੂੰ ਸਾਰਾ ਗੁਰਬਾਣੀ ਗੁਰੂ ਦੁਆਰਾ ਦਿੱਤਾ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਆਪਾਂ ਵਾਰ-ਵਾਰ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ, ਸਾਡੇ ਮਨ 'ਚ ਵਸ ਜਾਵੇ। ਜੇ ਵਸ ਜੇਗਾ ਤਾਂ ਸਾਡਾ ਜਿਹੜਾ ਹਿਰਦਾ ਹੈ ਉਹ ਠੰਡਾ ਹੋ ਜਾਏਗਾ। ਮਹਾਰਾਜ ਦੱਸਦੇ ਵੀ ਇਹ ਜੋ ਗਿਆਨ ਹੈ ਇਹ ਬ੍ਰਹਮ ਦਾ ਗਿਆਨ ਹੈ। ਜੇ ਸਾਨੂੰ ਹੋ ਜਾਂਦਾ ਹੈ ਇਹ ਗਿਆਨ ਹੋਣ ਦੇ ਨਾਲ ਹੀ ਸਾਡਾ ਮਨ ਸ਼ੀਤਲ ਹੋ ਜਾਂਦਾ, ਠੰਡਾ ਹੋ ਜਾਂਦਾ। ਰਮਾਉਂਦੇ ਨੇ ਕਬੀਰ ਮਨ ਸ਼ੀਤਲ ਭਇਆ ਪਾਇਆ ਬ੍ਰਹਮ ਗਿਆਨ, ਜਨ ਜਵਾਲਾ ਜਗ ਜਾਰਿਆ ਸੋ ਜਨ ਕੇ ਉਦਕ ਸਮਾਨ। ਵੀ ਜੇ ਸਾਨੂੰ ਗਿਆਨ ਹੋ ਜਾਏਗਾ ਤੇ ਸਾਡੇ ਮਨ ਨੇ ਠੰਡਾ ਹੋ ਜਾਣਾ, ਸਾਡਾ ਹਿਰਦਾ ਠੰਡਾ ਹੋ ਜਾਣਾ। ਸੋ ਇਸੇ ਕਰਕੇ ਆਪਾਂ ਵਾਰ-ਵਾਰ ਇਹ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜਾਵੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ ਹਾਂ। ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਦੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।